किताब ते सिख भी निगलिया गया। लेखक कुलबीर सिंह कौड़ा। भाग 14वां। आवाज़ भाई गुरजंट सिंह रूपोवाली। वाहिगुरू जी का खालसा वाहिगुरू जी की फतेह। अंग्रेज दा राज हिंदू राज नालों किते चंगा सी। अंग्रेज बहुत सियाणी ते समर्पित कौम है। उन्हां दे बहादुर होण बारे कोई शक जां शुबा तां इस करके भी नहीं रहिंदा क्योंकि उन्हां ने सारी दुनिया ते राज कीता है। उन्हां दी बहादरी ते चंगी खुराक तो प्रभावित हो के ही पंजाब दीआं कुड़ियां ने बोली पाई होवेगी, जट्टां ने की लड़ना जेड़े छन्ने खांदे साग दा, लड़न फिरंगी सूरमे जेड़े मेवा खांदे बाग दा। किसे ने एक सियाणे बंदे नूं पुछया कि किसे यूरोपीयन देश दा गोरा अमरीकन गोरा ते बरतानिया दा गोरा पछाणना होवे तां किवें पछाणिया जा सकदा है। दूसरे व्यक्ति ने कहा, इस तरह वेखण तो तां पता नहीं लगना, पर मैं एक होर तरीके नाल पता ला सकदा हां। उन्हें अपना हैट ला के सड़क दे विचकार एक इट ते रख दिता। पहला एक गोरा आया जो किसी यूरोपीयन देश दा सी। उसने हैट समेत इट नूं ठुड मारिया, पैर भनाया, थोड़ा चिर पीड़ दा अनुभव कीता ते चला गया। उस बंदे ने हैट फिर इट ते रख दिता ते कहा, यह रूसी लगदा है। दूजा गोरा आया, उन्हें सिर्फ उतले हैट नूं ठुड मारिया, हैट परां जा डिगा ते वह हसदा हसदा अपने राह चला गया। ये अमरीकन सी। तीसरा बंदा आया तां उन्हें पहला आला दुआला वेख्या, फिर उन्हें अपने सिर तो ला के अपना हैट वेख्या जो मोरियां नाल भरिया पिया सी। फिर उसने इट वाला हैट ध्यान नाल वेख्या जो नवां नकोर सी। उसने इट वाला हैट चुक के अपने सिर ते रख लिया ते अपने वालां वाला पाटा पुराना हैट इट ते रख के अपने राह चला गया। ये गोरा अंग्रेज बरतानवी सी। अफ्रीका दे एक बहुत ही प्रभावशाली व्यक्ति मिस्टर लियो ने एक बार कहा सी कि जदों अंग्रेज ईसाई मिशनरी अफ्रीका आए तां उन्हां कोल सिर्फ एक किताब सी ते असीं सैकड़े एकड़ जमीनां दे मालक सां। सानू उन्हां आख्या, आओ अखां बंद करके परमात्मा अगे प्रार्थना करिए। असीं मन गए ते अखां मीट के प्रार्थना करन लग पए। जदों असां अखां खोलीआं तां ओह किताब साडे हत्थां विच सी ते जमीनां उन्हां कोल जिन्हां कोल पहिलां किताब सी। ਇਹ ਇੱਕ ਵਪਾਰੀ ਕੌਮ ਹੈ ਤੇ ਇਹਨਾਂ ਦੀ ਸੋਚ ਭਾਰਤ ਦੇ ਬਾਣੀਆਂ ਤੇ ਮੁਸਲਮਾਨਾਂ ਦੇ ਖੋਜਿਆਂ ਵਰਗੀ ਹੈ। ਇਸੇ ਕਰਕੇ ਹੀ ਅੰਗਰੇਜ਼ਾਂ ਦੀ ਮਹਾਤਮਾ ਗਾਂਧੀ ਨਾਲ ਬਹੁਤ ਬਣਦੀ ਸੀ। ਮਹਾਤਮਾ ਗਾਂਧੀ ਦੀ ਬਾਣੀਆਂ ਬੁੱਧੀ ਅੰਗਰੇਜ਼ਾਂ ਨੂੰ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਸੀ ਪਹੁੰਚਾਉਂਦੀ। ਇਸੇ ਲਈ ਹੀ ਅੰਗਰੇਜ਼ ਨੇ ਵੀ ਗਾਂਧੀ ਨੂੰ ਬਹੁਤ ਸੰਭਾਲ ਕੇ ਰੱਖਿਆ। ਗਾਂਧੀ ਆਪਣੀ ਅਹਿੰਸਾ ਦੀ ਨੀਤੀ ਨਾਲ ਅੰਗਰੇਜ਼ਾਂ ਦੀਆਂ ਨੀਤੀਆਂ ਨੂੰ ਪੂਰੀ ਤਰ੍ਹਾਂ ਸਮਰਪਿਤ ਸੀ ਤੇ ਅੰਗਰੇਜ਼ ਗਾਂਧੀ ਨਾਲ ਬੇਹੱਦ ਨਰਮੀ ਵਰਤਦੇ ਸਨ। ਦੋਹਾਂ ਦਾ ਜੋੜ ਬੜਾ ਬੇਮਿਸਾਲ ਸੀ। ਅੰਗਰੇਜ਼ਾਂ ਨੇ ਜਦੋਂ ਲੂਣ ਉੱਤੇ 1 ਪੈਸਾ ਪ੍ਰਤੀ ਮਣ ਟੈਕਸ ਲਾਇਆ ਤਾਂ ਗਾਂਧੀ ਨੇ ਆਪਣੀ ਆਦਤ ਜਾਂ ਨੀਤੀ ਅਨੁਸਾਰ ਸੱਤਿਆਗ੍ਰਹਿ ਸ਼ੁਰੂ ਕਰ ਦਿੱਤਾ ਤੇ ਐਲਾਨ ਕਰ ਦਿੱਤਾ ਕਿ ਅਸੀਂ ਬਗੈਰ ਟੈਕਸ ਦਿੱਤੇ ਤੋਂ ਹੀ ਲੂਣ ਬਣਾਵਾਂਗੇ। ਜੇ ਸਰਕਾਰ ਸਾਨੂੰ ਫੜੇ ਤਾਂ ਅਸੀਂ ਜੇਲ੍ਹਾਂ ਭਰਾਂਗੇ। ਲੋਕ ਵਿਚਾਰੇ ਤਾਂ ਸਾਥ ਦੇਣ ਲਈ ਆ ਹੀ ਜਾਂਦੇ ਹਨ। ਨਾਲੇ ਜਿੱਥੇ ਗੋਲੀ ਲਾਠੀ ਦਾ ਕੋਈ ਡਰ ਨਾ ਹੋਵੇ ਉੱਥੇ ਤਾਂ ਆਮ ਜਨਤਾ ਝੱਟ ਅੰਦੋਲਨ ਵਿੱਚ ਕੁੱਦ ਪੈਂਦੀ ਹੈ। ਗਾਂਧੀਵਾਦੀ ਇੱਕ ਪਤੀਲਾ ਲੈਂਦੇ, ਉੱਥੇ ਹੀ ਸਮੁੰਦਰ ਕਿਨਾਰੇ ਕੱਚਾ ਚੁੱਲ੍ਹਾ ਬਣਾ ਕੇ ਪਤੀਲੇ ਵਿੱਚ ਸਮੁੰਦਰ ਦਾ ਪਾਣੀ ਪਾ ਕੇ ਥੱਲੇ ਅੱਗ ਬਾਲ ਦਿੰਦੇ। ਪਾਣੀ ਸੁੱਕ ਕੇ ਜਦੋਂ ਪਤੀਲੇ ਵਿੱਚ ਲੂਣ ਬਣ ਜਾਂਦਾ ਉਦੋਂ ਤੱਕ ਪੁਲਿਸ ਚੁੱਪਚਾਪ ਖਲੋਤੀ ਵੇਖਦੀ ਰਹਿੰਦੀ। ਜਦੋਂ ਸੱਤਿਆਗ੍ਰਹੀ ਲੂਣ ਨੂੰ ਹੱਥ ਤੇ ਪਾ ਲੈਂਦੇ ਤਾਂ ਉਹ ਆ ਕੇ ਗ੍ਰਿਫਤਾਰ ਕਰ ਲੈਂਦੇ। ਇਹ ਸੀ ਉਹ ਮੰਤਰ ਜਿਸ ਕਰਕੇ ਗਾਂਧੀਵਾਦੀਆਂ ਨੇ ਗਾਣਾ ਤਿਆਰ ਕਰ ਲਿਆ, ਸਾਬਰਮਤੀ ਕੇ ਸੰਤ ਤੂਨੇ ਕਰ ਦਿਆ ਕਮਾਲ, ਲੈ ਦਿਆ ਹਮੇ ਆਜ਼ਾਦੀ ਬਿਨਾ ਖੜਕ ਬਿਨਾ ਟਾਲ। ਦੱਸੋ ਅੰਗਰੇਜ਼ ਗਾਂਧੀ ਨੂੰ ਕਿਉਂ ਨੁਕਸਾਨ ਪਹੁੰਚਾਉਂਦੇ? ਜੇ ਅੰਗਰੇਜ਼ਾਂ ਨੇ ਉਹਨੂੰ ਕੋਈ ਨੁਕਸਾਨ ਪਹੁੰਚਾਉਣਾ ਹੁੰਦਾ ਤਾਂ ਉਹ ਸਿਰਫ ਇੱਕ ਚਪੇੜ ਦੀ ਮਾਰ ਸੀ। ਅੰਗਰੇਜ਼ਾਂ ਨੇ ਉਹਨੂੰ ਇੱਥੋਂ ਤੱਕ ਭੂਏ ਚੜਾਇਆ ਹੋਇਆ ਸੀ ਕਿ ਹਰ ਚੌਥੇ 6ਵੇਂ ਮਹੀਨੇ ਉਹਨੂੰ ਗੱਲਬਾਤ ਕਰਨ ਲਈ ਬੁਲਾਈ ਰੱਖਦੇ ਤਾਂ ਕਿ ਲੋਕਾਂ ਵਿੱਚ ਉਹਦੀ ਸਾਖ ਬਣੀ ਰਹੇ। ਕਹਿੰਦੇ ਹਨ ਇੱਕ ਵਾਰ ਗਾਂਧੀ ਦੇ ਆਸ਼ਰਮ ਵਿੱਚ ਇੱਕ ਜ਼ਰੂਰੀ ਮੀਟਿੰਗ ਰੱਖੀ ਗਈ ਜਿਸ ਵਿੱਚ ਜਵਾਹਰ ਲਾਲ ਨਹਿਰੂ, ਮੌਲਾਨਾ ਆਜ਼ਾਦ, ਰਜਿੰਦਰ ਪ੍ਰਸਾਦ ਤੇ ਹੋਰ ਕਈ ਚੋਟੀ ਦੇ ਲੀਡਰ ਬੁਲਾਏ ਗਏ।
ਮੀਟਿੰਗ ਚੱਲ ਰਹੀ ਸੀ ਤੇ ਬੜੇ ਗੰਭੀਰ ਮੁੱਦਿਆਂ ਤੇ ਵਿਚਾਰਾਂ ਹੋ ਰਹੀਆਂ ਸਨ ਕਿ ਗਾਂਧੀ ਜੀ ਉੱਠੇ ਤੇ ਕਹਿਣ ਲੱਗੇ, ਤੁਸੀਂ ਗੱਲਬਾਤ ਕਰੋ, ਮੈਂ ਜਰਾ ਬੱਕਰੀ ਦੀ ਲੱਤ ਤੇ ਮਿੱਟੀ ਲਾ ਆਵਾਂ, ਕੱਲ ਛਿੱਲੀ ਗਈ ਸੀ। ਗਾਂਧੀ ਜੀ ਮਿੱਟੀ ਲਾਉਣ ਚਲੇ ਗਏ ਤਾਂ ਨਹਿਰੂ ਜੀ ਨੂੰ ਬਹੁਤ ਗੁੱਸਾ ਆਇਆ। ਕਹਿੰਦੇ ਹਨ, ਨਹਿਰੂ ਜੀ ਇੰਨੇ ਖਫਾ ਹੋ ਗਏ ਕਿ ਉਹਨਾਂ ਨੇ ਪ੍ਰਤੱਗਿਆ ਕਰ ਸੁੱਟੀ ਕਿ ਹੁਣ ਮੈਂ ਕਦੇ ਵੀ ਇਹੋ ਜਿਹੇ ਬੰਦੇ ਦੇ ਸੱਦੇ ਤੇ ਕਿਸੇ ਮੀਟਿੰਗ ਵਿੱਚ ਨਹੀਂ ਜਾਵਾਂਗਾ ਜਿਹੜਾ ਦੇਸ਼ ਨਾਲੋਂ ਬੱਕਰੀ ਦੀ ਲੱਤ ਦਾ ਬਹੁਤਾ ਧਿਆਨ ਰੱਖਦਾ ਹੋਵੇ। ਪਰ ਸਾਰਿਆਂ ਲੀਡਰਾਂ ਨੇ ਇਹ ਕਹਿ ਕੇ ਨਹਿਰੂ ਨੂੰ ਸ਼ਾਂਤ ਕਰ ਲਿਆ ਕਿ ਗਾਂਧੀ ਜੀ ਇੱਕ ਮਹਾਤਮਾ ਹਨ ਤੇ ਮਹਾਤਮਾ ਲੋਕ ਆਪਣੇ ਹੀ ਢੰਗ ਨਾਲ ਸੋਚਦੇ ਹਨ। ਆਮ ਹਿੰਦੁਸਤਾਨੀਆਂ ਨੂੰ ਅੰਗਰੇਜ਼ਾਂ ਦਾ ਕਈ ਗੱਲਾਂ ਕਰਕੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਉਹਨਾਂ ਨੇ ਸਾਰੇ ਹਿੰਦੁਸਤਾਨ ਨੂੰ ਡੰਡੇ ਨਾਲ ਇਕੱਠਾ ਕੀਤਾ, ਤਾਂ ਹੀ ਅੱਜ ਹਿੰਦੂ ਲੀਡਰ ਕਸ਼ਮੀਰ ਅਤੇ ਨਾਗਾਲੈਂਡ ਨੂੰ ਦੇਸ਼ ਦਾ ਅਟੁੱਟ ਅੰਗ ਕਹਿਣ ਜੋਗੇ ਹੋਏ ਹਨ। ਨਹੀਂ ਤਾਂ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਭਾਰਤ 600 ਤੋਂ ਵੀ ਵੱਧ ਰਿਆਸਤਾਂ ਵਿੱਚ ਵੰਡਿਆ ਪਿਆ ਸੀ। ਕੋਈ ਇੱਕ ਦੂਜੇ ਨੂੰ ਜਾਣਦਾ ਤੱਕ ਨਹੀਂ ਸੀ। ਮਿਜ਼ੋਰਮ ਸਮੱਸਿਆ ਤੇ ਜਦੋਂ ਲਾਲ ਡੇਂਗਾ ਤੇ ਭਾਰਤ ਵਿਚਕਾਰ ਗੱਲਬਾਤ ਨਾਲ ਮਸਲਾ ਹੱਲ ਕਰਨ ਦੀ ਗੱਲ ਚੱਲੀ ਤਾਂ ਭਾਰਤੀ ਪ੍ਰਤੀਨਿਧ ਘੜੀ ਮੁੜੀ ਇਹੀ ਆਖਣ, ਭਾਰਤ ਦੇ ਸੰਵਿਧਾਨ ਦੇ ਦਾਇਰੇ ਵਿੱਚ ਗੱਲ ਕਰੋ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਡਾ ਦੇਸ਼ ਇਕੱਠਾ ਹੈ। ਸਾਡਾ ਸੱਭਿਆਚਾਰ, ਸਾਡੇ ਤਿਉਹਾਰ ਸਭ ਇਕੱਠੇ ਹਨ। ਵੱਖਰੇ ਹੋਣ ਦੀ ਤਾਂ ਗੱਲ ਹੀ ਨਾ ਛੇੜੋ। ਪਹਿਲਾਂ ਤਾਂ ਲਾਲ ਡੇਂਗਾ ਇਹ ਜੱਬਲੀਆਂ ਸੁਣਦਾ ਰਿਹਾ, ਫਿਰ ਉਸਨੇ ਕਿਹਾ, ਗੱਲ ਸੁਣੋ ਓਏ ਵੱਡੇ ਸੱਭਿਆਚਾਰ ਵਾਲਿਓ, ਇਹ ਦੱਸੋ ਤੁਹਾਡਾ ਤੇ ਸਾਡਾ ਸੱਭਿਆਚਾਰ ਕਿਵੇਂ ਇੱਕ ਹੈ? ਘੰਟਾ ਹੋ ਗਿਆ ਤੁਹਾਨੂੰ ਚਬੜ ਚਬੜ ਕਰਦਿਆਂ ਨੂੰ ਤੇ ਮੈਨੂੰ ਸੁਣਦਿਆਂ ਨੂੰ। ਤੁਸੀਂ ਇੱਕ ਇੱਕ ਭਾਰਤੀ 10-10 ਕੱਪੜੇ ਪਾ ਕੇ ਆਪਣਾ ਸਰੀਰ ਢੱਕਦੇ ਹੋ ਤੇ ਸਾਨੂੰ ਅਲਫ ਨੰਗੇ ਰਹਿ ਕੇ ਮਜ਼ਾ ਆਉਂਦਾ ਹੈ। ਵੱਧ ਤੋਂ ਵੱਧ ਇੱਕ ਪੱਤਾ ਅੱਗੇ ਤੇ ਇੱਕ ਪੱਤਾ ਪਿੱਛੇ ਬੰਨ੍ਹ ਕੇ ਸਾਡਾ ਨੰਗੇਜ ਢੱਕਿਆ ਜਾਂਦਾ। ਤੁਹਾਡੀਆਂ ਜਨਾਨੀਆਂ ਆਪਣੀਆਂ ਛਾਤੀਆਂ ਢੱਕ ਢੱਕ ਕੇ ਰੱਖਦੀਆਂ ਹਨ, ਪਰ ਸਾਡੀਆਂ ਨੂੰ ਢੱਕਣ ਲੱਗਿਆਂ ਸ਼ਰਮ ਆਉਂਦੀ ਹੈ। ਰਹੀ ਤਿਉਹਾਰਾਂ ਦੀ ਗੱਲ, ਤਾਂ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਦੀਵਾਲੀ ਤੇ ਦੁਸ਼ਹਿਰੇ ਕਿਸ ਬਲਾ ਦਾ ਨਾਮ ਹੈ। ਲੋਹੜੀ ਤੇ ਹੋਲੀ ਕਾਹਦੇ ਨਾਲ ਖਾਈਦੀ ਹੈ? ਫਿਰ ਸਾਨੂੰ ਇੱਕੋ ਰੱਸੇ ਨਾਲ ਬੰਨ੍ਹ ਕੇ ਆਪਣੇ ਨਾਲ ਕਿਉਂ ਰੱਖਦੇ ਹੋ? ਸਿਰਫ ਫੌਜ ਦੇ ਜ਼ੋਰ ਕਰਕੇ ਸਾਨੂੰ ਗੁਲਾਮ ਬਣਾ ਕੇ ਰੱਖ ਛੱਡਿਆ ਜੀ। ਅਖੇ ਭਾਰਤ ਦੇ ਸੰਵਿਧਾਨ ਵਿੱਚ ਰਹਿ ਕੇ ਗੱਲ ਕਰੋ। ਇਹ ਦੱਸੋ ਬਈ, ਇਹਨੂੰ ਅਸਾਂ ਬਣਾਇਆ ਹੈ ਕਿ ਸਾਡੀ ਸਲਾਹ ਨਾਲ ਬਣਿਆ ਹੈ ਜਿਹੜਾ ਅਸੀਂ ਇਹਦੇ ਦਾਇਰੇ ਵਿੱਚ ਰਹੀਏ? ਤੁਹਾਡਾ ਸੰਵਿਧਾਨ ਹੈ ਤੇ ਤੁਸੀਂ ਆਪਣੀ ਮਰਜ਼ੀ ਨਾਲ ਸਾਨੂੰ ਗੁਲਾਮ ਰੱਖਣ ਲਈ ਇਹਨੂੰ ਜਾਣ ਬੁੱਝ ਕੇ ਬਣਾਇਆ ਹੈ। ਜਾਓ, ਦਫਾ ਹੋ ਜਾਓ, ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ। ਤੇ ਉਹ ਇੰਗਲੈਂਡ ਤੇ ਭੇਜੇ ਹੋਏ ਜਹਾਜ਼ ਤੇ ਹੀ ਵਾਪਸ ਚਲਾ ਗਿਆ। ਪੰਜਾਬੀਆਂ ਨੂੰ ਅੰਗਰੇਜ਼ਾਂ ਦੇ ਇਸ ਕਰਕੇ ਵੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਬਾਕਾਇਦਾ ਕਾਨੂੰਨ ਬਣਾ ਕੇ ਜੰਮਦੀਆਂ ਕੁੜੀਆਂ ਮਾਰਨ ਤੇ ਰੋਕ ਲਾਈ। 1 ਮਿੰਟ ਦੀ ਜੰਮੀ ਕੁੜੀ ਨੂੰ ਵੀ ਕੋਈ ਮਾਰ ਦੇਵੇ ਤਾਂ ਕਾਨੂੰਨ ਦੀ ਧਾਰਾ 302 ਲਾ ਕੇ ਫਾਂਸੀ ਜਾਂ ਉਮਰ ਕੈਦ ਦੀ ਸਜ਼ਾ ਹੁੰਦੀ ਸੀ। ਨਹੀਂ ਤਾਂ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਤਾਂ ਜੰਮਦੀਆਂ ਕੁੜੀਆਂ ਨੂੰ ਮਾਰਨ ਲਈ ਦਾਈਆਂ ਨਿਆਣਾ ਜੰਮਣ ਤੋਂ ਪਹਿਲਾਂ ਹੀ ਅੱਕ ਦਾ ਦੁੱਧ ਦੀਵੇ ਵਿੱਚ ਇਕੱਠਾ ਕਰਕੇ ਰੂੰ ਦੀ ਵੱਟੀ ਪਾ ਕੇ ਤਿਆਰ ਰੱਖਦੀਆਂ ਸਨ। ਉਧਰੋਂ ਕੁੜੀ ਜੰਮਦੀ ਤੇ ਇਧਰੋਂ ਅੱਕ ਦੇ ਦੁੱਧ ਵਾਲੇ ਦੀਵੇ ਦੀ ਵੱਟੀ ਚੁੰਘਾ ਕੇ ਕੁੜੀ ਮਾਰ ਦਿੱਤੀ ਜਾਂਦੀ। ਫਿਰ ਦਾਈ ਨੇ ਬਾਹਰ ਜਾ ਕੇ ਕਹਿਣਾ, ਗੁੱਡੀ ਹੋਈ ਸੀ ਪਰ ਨਾ ਕਰਮੀ ਮਰੀ ਹੋਈ ਜੰਮੀ। ਇੱਥੋਂ ਹੀ ਪੰਜਾਬੀ ਦੀ ਕਹਾਵਤ ਬਣੀ ਹੈ, ਕੁੜੀ ਜੰਮੀ ਹੱਡ ਛੁੱਟੇ। ਕਿਉਂਕਿ ਜੰਮਣ ਵਾਲੀ ਮਾਂ ਨੂੰ ਪਤਾ ਹੁੰਦਾ ਸੀ ਕਿ ਸਿਰਫ ਪਰਸੂਤ ਪੀੜਾ ਹੀ ਸਹਿਣੀਆਂ ਪੈਣੀਆਂ ਹਨ, ਪਾਲਣ ਦੀ ਮਿਹਨਤ ਨਹੀਂ ਕਰਨੀ ਪੈਣੀ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਬਹੁਤ ਘੱਟ ਸੀ। ਤਾਂ ਹੀ ਤਾਂ ਜੱਟ ਕੱਲ ਦੇਸਣਾ ਮੁੱਲ ਲਿਆਉਂਦੇ ਸਨ। ਇਹ ਕਹਾਵਤ ਹੀ ਮਸ਼ਹੂਰ ਸੀ ਕਿ ਜੱਟ ਨੂੰ ਆਪਣੀ ਨਾਨੀ ਦਾ ਨਾਂ ਨਹੀਂ ਪਤਾ ਹੁੰਦਾ। ਬੰਗਾਲਣ, ਬਿਹਾਰਨ ਤੇ ਯੂਪੀ ਵਾਲੀ ਕੱਲ ਦੇਸਣ ਦਾ ਨਾਮ ਲੈਂਦਿਆਂ ਉਦਾਂ ਵੀ ਸ਼ਰਮ ਆਉਂਦੀ ਸੀ। ਦੂਜੀਆਂ ਜਾਤਾਂ ਵੱਟੇ ਸੱਟੇ ਦਾ ਸਾਗ ਕਰ ਲੈਂਦੀਆਂ ਸਨ, ਪਰ ਜੱਟ ਵੱਟਾ ਸੱਟਾ ਨਹੀਂ ਸਨ ਕਰਦੇ। ਜਾਂ ਤੀਵੀਂ ਮੁੱਲ ਲਿਆਉਂਦੇ ਸਨ ਜਾਂ 5-6 ਭਰਾਵਾਂ ਦੀ ਇੱਕੋ ਹੀ ਹੁੰਦੀ ਸੀ। ਇਹ ਗੱਲ ਵੀ ਬੜੀ ਮਸ਼ਹੂਰ ਹੈ ਕਿ ਇੱਕ ਵਾਰ ਇੱਕ ਨੂੰਹ ਨੇ ਸੱਸ ਨੂੰ ਪੁੱਛਿਆ, ਬੇਬੇ ਮੈਨੂੰ ਕਈ ਦਿਨ ਹੋ ਗਏ ਹਨ ਮੁਕਲਾਵੇ ਆਈ ਨੂੰ, ਪਰ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਮੇਰੇ ਘਰ ਵਾਲਾ ਕਿਹੜਾ ਹੈ। ਸੱਸ ਨੇ ਕਿਹਾ, ਧੀਏ ਮੈਂ ਬੁੱਢੀ ਹੋ ਗਈ ਹਾਂ, ਅਜੇ ਤੱਕ ਮੈਨੂੰ ਪਤਾ ਨਹੀਂ ਲੱਗਾ, ਤੈਨੂੰ ਏਡੀ ਛੇਤੀ ਕਿੱਥੋਂ ਪਤਾ ਲੱਗ ਜਾਣਾ ਸੀ। ਸਤੀ ਪ੍ਰਥਾ ਦਾ ਜਦੋਂ ਅੰਗਰੇਜ਼ਾਂ ਨੂੰ ਪਤਾ ਲੱਗਾ
ਕਿ ਇੱਥੇ ਧਾਰਮਿਕ ਰਸਮ ਤਹਿਤ ਵਾਜਿਆਂ ਗਾਜਿਆਂ ਤੇ ਢੋਲ ਢਮੱਕੇ ਤੇ ਪੀਪਣੀਆਂ ਦੀਆਂ ਕੰਨ ਪਾੜਵੀਆਂ ਆਵਾਜ਼ਾਂ ਵਿੱਚ ਇੱਕ ਫੁੱਲ ਵਰਗੀ ਸੱਜ ਵਿਆਹੀ ਕੁੜੀ ਜਿਹੜੀ ਮਾੜੀ ਕਿਸਮਤ ਕਰਕੇ ਵਿਧਵਾ ਹੋ ਜਾਂਦੀ ਹੈ ਨੂੰ ਪਤੀ ਦੀ ਚਿਤਾ ਵਿੱਚ ਹੀ ਸਾੜ ਦਿੱਤਾ ਜਾਂਦਾ ਹੈ ਤਾਂ ਉਹਨਾਂ ਦਾ ਦਿਲ ਕੰਬ ਗਿਆ। ਜਿਹੜੇ 7 ਸਮੁੰਦਰ ਪਾਰ ਤੋਂ ਆਏ ਸਨ, ਜਿਨ੍ਹਾਂ ਦੀ ਇਸ ਦੇਸ਼ ਨਾਲ ਕੋਈ ਵੀ ਸਾਂਝ ਨਹੀਂ ਸੀ, ਮਨੁੱਖ ਹੋਣ ਦੇ ਨਾਤੇ ਹੀ ਉਹਨਾਂ ਦਾ ਦਿਲ ਕੰਬਿਆ। ਪਰ ਜਿਨ੍ਹਾਂ ਦੀ ਨੂੰਹ ਧੀ ਭੈਣ ਜਾਂ ਭਰਜਾਈ ਸੀ, ਉਹਨਾਂ ਪੱਥਰਾਂ ਨੂੰ ਕੋਈ ਫਰਕ ਨਹੀਂ ਸੀ। ਬ੍ਰਾਹਮਣ ਨੇ ਉਹਨਾਂ ਦੇ ਦਿਮਾਗ ਵਿੱਚ ਐਸਾ ਜ਼ਹਿਰ ਭਰ ਦਿੱਤਾ ਸੀ ਕਿ ਸਾਰੇ ਭਾਰਤੀ ਪੱਥਰ ਦਿਲ ਬਣ ਗਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਬ੍ਰਾਹਮਣ ਨੇ ਬਾਕੀ ਲੋਕਾਂ ਵਾਸਤੇ ਤਾਂ ਸਤੀ ਪ੍ਰਥਾ ਚਲਾਈ, ਪਰ ਅੱਜ ਤੱਕ ਇੱਕ ਵੀ ਬ੍ਰਾਹਮਣ ਕੁੜੀ ਸਤੀ ਨਹੀਂ ਹੋਈ, ਕਿਉਂਕਿ ਬ੍ਰਾਹਮਣ ਨੇ ਬ੍ਰਾਹਮਣ ਕੁੜੀਆਂ ਨੂੰ ਸਤੀ ਹੋਣ ਤੋਂ ਛੋਟ ਦੇ ਦਿੱਤੀ ਸੀ। ਜਿਨ੍ਹਾਂ ਪੱਥਰ ਦਿਲਾਂ ਨੂੰ ਆਪਣੀਆਂ ਹੀ ਪਿਆਰੀਆਂ ਬੱਚੀਆਂ ਨੂੰ ਸਾੜਨ ਲੱਗਿਆਂ ਕਦੇ ਡਰ ਨਹੀਂ ਆਇਆ, ਉਹਨਾਂ ਨੂੰ 1984 ਵਿੱਚ ਦਿੱਲੀ ਅਤੇ ਅਨੇਕਾਂ ਹੋਰ ਥਾਵਾਂ ਤੇ ਸਿੱਖਾਂ ਨੂੰ ਸਾੜਨ ਲੱਗਿਆਂ ਕੀ ਫਰਕ ਪੈਣਾ ਸੀ। ਦਿੱਲੀ ਵਿੱਚ ਤਾਂ ਹਿੰਦੂਆਂ ਨੇ 200 ਸਾਲ ਦਾ ਜਮ੍ਹਾਂ ਹੋਇਆ ਲਾਵਾ ਹੀ ਕੱਢਿਆ। ਜਦੋਂ ਦੀ ਸਤੀ ਪ੍ਰਥਾ ਬੰਦ ਹੋਈ ਸੀ, ਹਿੰਦੂਆਂ ਦੇ ਹੱਥਾਂ ਨੂੰ ਕਿਸੇ ਨੂੰ ਸਾੜਨ ਦੀ ਖੁਰਕ ਹੁੰਦੀ ਰਹਿੰਦੀ ਸੀ। ਉਹਨਾਂ ਨੇ ਸਿੱਖਾਂ ਨੂੰ ਸਾੜ ਕੇ ਨਾਲੇ ਆਪਣੇ ਦਿਲ ਦਾ ਗੁਬਾਰ ਕੱਢਿਆ, ਨਾਲੇ ਹੱਥਾਂ ਦੀ ਖੁਰਕ ਮਿਟਾਈ। ਅਜੇ ਥੋੜੇ ਸਾਲ ਪਹਿਲਾਂ ਰਾਜਸਥਾਨ ਵਿੱਚ ਇੱਕ ਬੀਬੀ ਰੂਪ ਕੰਵਲ ਨੂੰ ਸਤੀ ਕੀਤਾ ਗਿਆ। ਇਸ ਦੇਸ਼ ਵਿੱਚ ਇੱਕ ਬੜੀ ਅਜੀਬ ਗੱਲ ਸਾਹਮਣੇ ਆਈ ਹੈ ਕਿ ਕੁੜੀਆਂ ਨੂੰ ਜਾਹਲ, ਅਨਪੜ੍ਹ, ਗੰਵਾਰ ਜਾਂ ਵਿਹਲੜ ਸਤੀ ਨਹੀਂ ਕਰਦੇ, ਸਗੋਂ ਵਕੀਲ, ਡਾਕਟਰ, ਇੰਜੀਨੀਅਰ, ਵਪਾਰੀ, ਧਾਰਮਿਕ ਲੀਡਰ ਸਾਰੇ ਇਸ ਪ੍ਰਥਾ ਦੇ ਹਾਮੀ ਹਨ। ਹੱਦ ਹੋ ਗਈ ਜਿਸ ਤਰੀਕੇ ਨਾਲ ਇਹ ਰਸਮ ਕੀਤੀ ਜਾਂਦੀ ਹੈ। ਇਸ ਰਸਮ ਨੂੰ ਕਰਨ ਵਾਲਿਆਂ ਨੂੰ ਹਿੰਦੂ ਮਾਫੀਆ ਕਿਹਾ ਜਾ ਸਕਦਾ ਹੈ। ਲੜਕੀ ਨੂੰ ਬਕਾਇਦਾ ਇਸ਼ਨਾਨ ਕਰਵਾ ਕੇ, ਗਹਿਣੇ ਗੱਟੇ ਪਾ ਕੇ, ਹਾਰ ਸ਼ਿੰਗਾਰ ਕਰਕੇ, ਕੀਮਤੀ ਕੱਪੜੇ ਪਾ ਕੇ ਤਿਆਰ ਕੀਤਾ ਜਾਂਦਾ ਹੈ। ਇਹ ਤਿਆਰੀ ਕੋਈ ਜੇਲ੍ਹਾਂ ਵਿੱਚ ਫਾਂਸੀ ਲਾਉਣ ਵਾਲੇ ਬੁੱਚੜ ਨਹੀਂ ਕਰਦੇ, ਸਗੋਂ ਉਸੇ ਹੀ ਬਦਨਸੀਬ ਵਿਧਵਾ ਦੀਆਂ ਦਰਾਣੀਆਂ, ਜਠਾਣੀਆਂ, ਭੈਣਾਂ ਤੇ ਭਰਜਾਈਆਂ ਕਰਦੀਆਂ ਹਨ। ਇਹ ਗੱਲ ਤਾਂ ਇਸ ਤਰ੍ਹਾਂ ਦੀ ਹੋਈ ਜਿਵੇਂ ਆਪਣੇ ਪਤੀ ਨੂੰ ਉਸ ਵਿਧਵਾ ਨੇ ਹੀ ਮਾਰਿਆ ਹੋਵੇ ਤੇ ਖੂਨ ਕਾ ਬਦਲਾ ਖੂਨ ਦੇ ਅਸੂਲ ਤਹਿਤ ਉਸ ਨੂੰ ਸਜ਼ਾ ਦਿੱਤੀ ਜਾ ਰਹੀ ਹੋਵੇ। ਉਹ ਗਰੀਬਣੀ ਬਥੇਰਾ ਰੋਂਦੀ ਚਲਾਉਂਦੀ ਹੈ। ਕਈ ਤਾਂ ਜਾਨ ਬਚਾਉਣ ਲਈ ਛੁੱਟ ਕੇ ਵੀ ਭੱਜਦੀਆਂ ਹਨ, ਪਰ ਜ਼ਾਲਮਾਂ ਨੇ ਇਹਦਾ ਵੀ ਤਰੀਕਾ ਲੱਭਿਆ ਹੋਇਆ ਹੈ। ਆਲੇ ਦੁਆਲੇ ਦੇ ਸੈਂਕੜੇ ਪਿੰਡਾਂ ਦੇ ਲੋਕ ਇਕੱਠੇ ਹੁੰਦੇ ਹਨ। ਮੇਲੇ ਵਰਗਾ ਮਾਹੌਲ ਬਣ ਜਾਂਦਾ ਹੈ। ਲੋਕ ਰੰਗ ਬਰੰਗੇ ਕੱਪੜੇ ਪਾ ਕੇ ਆਉਂਦੇ ਹਨ। ਫਿਰ ਢੋਲ, ਮੰਜੀਰਾ, ਵਾਜੇ, ਪੀਪਣੀਆਂ, ਤੂਤਨੀਆਂ ਤੇ ਨਗਾਰੇ ਵੱਜਦੇ ਹਨ ਤਾਂ ਕਿ ਕੋਈ ਉਸ ਕੁੜੀ ਦਾ ਰੋਣਾ ਪਿਟਣਾ ਨਾ ਸੁਣ ਲਵੇ। ਬਦਨਸੀਬ ਵਿਧਵਾ ਦਾ ਦਿਓਰ ਤੇ ਉਸ ਦਾ ਭਰਾ ਦੋਹਾਂ ਪਾਸਿਆਂ ਤੋਂ ਮਜ਼ਬੂਤੀ ਨਾਲ ਫੜ ਕੇ ਉਸ ਨੂੰ ਚਿਤਾ ਤੱਕ ਲਿਆਉਂਦੇ ਹਨ। ਭਰਾ ਤੇ ਦਿਓਰ ਦੀ ਚੰਡਾਲ ਜੋੜੀ ਇਸ ਲਈ ਵੀ ਬਣਾਈ ਜਾਂਦੀ ਹੈ ਤਾਂ ਕਿ ਇਹ ਇਲਜ਼ਾਮ ਨਾ ਲੱਗੇ ਕਿ ਸਹੁਰਿਆਂ ਨੇ ਜ਼ਬਰਦਸਤੀ ਨੂੰਹ ਸਾੜੀ ਹੈ। ਰੂਪ ਕੰਵਲ ਦੀ ਪਹਿਲਾਂ ਫੋਟੋ ਖਿੱਚੀ ਗਈ, ਫਿਰ ਉਸ ਤੋਂ ਕੈਲੰਡਰ ਬਣੇ ਹੋਏ ਹਨ ਜੋ ਸਾਰੇ ਰਾਜਸਥਾਨ ਵਿੱਚ ਵੇਖਦੇ ਹਨ। ਮੈਂ ਜਦੋਂ ਜੈਪੁਰ ਇਹ ਕੈਲੰਡਰ ਵੇਖਿਆ ਤਾਂ ਸਮਝਿਆ ਕਿ ਇਹ ਕਿਸੇ ਫਿਲਮੀ ਐਕਟਰਸ ਦਾ ਹੈ, ਪਰ ਥੱਲੇ ਲਿਖਿਆ ਹੋਇਆ ਸੀ ਸਤੀ ਰੂਪ ਕੰਵਲ। ਉਹਦੇ ਚਿਹਰੇ ਵੱਲ ਵੇਖਿਆਂ ਸਹਿਜੇ ਹੀ ਸਮਝ ਲੱਗਦੀ ਹੈ ਕਿ ਸਤੀ ਹੋਣਾ ਉਹਦੀ ਮਰਜ਼ੀ ਨਹੀਂ, ਮਜਬੂਰੀ ਸੀ। ਸਤੀ ਹੋਣ ਵੇਲੇ ਉਸ ਦੀ ਉਮਰ 20 ਸਾਲ ਤੇ 8 ਮਹੀਨੇ ਸੀ। ਦੁਕਾਨਦਾਰ ਨੇ ਮੈਨੂੰ ਸਾਰੀ ਜਾਣਕਾਰੀ ਦਿੱਤੀ। ਉਸ ਕੈਲੰਡਰ ਦੀ ਇੱਕ ਨੁੱਕਰ ਵਿੱਚ ਉਹਦਾ ਮੰਦਿਰ ਵੀ ਬਣਿਆ ਹੋਇਆ ਦਿਖਾਇਆ ਗਿਆ ਹੈ। ਦੁਕਾਨਦਾਰ ਦੇ ਦੱਸਣ ਅਨੁਸਾਰ ਇਸ ਮੰਦਿਰ ਦੀ ਬਹੁਤ ਮਾਨਤਾ ਹੈ। ਅੰਗਰੇਜ਼ਾਂ ਦੀ ਹੋਰ ਵੱਡੀ ਦੇਣ ਥਾਂ ਸਕੂਲ ਤੇ ਕਾਲਜ ਖੋਲ੍ਹਣੇ ਸਨ। ਜੇ ਅੰਗਰੇਜ਼ ਮਨ ਵਿੱਚ ਰਾਜਨੀਤਿਕ ਬਦੀ ਰੱਖਦੇ ਤੇ ਲੋਕਾਂ ਦੇ ਪੜ੍ਹਨ ਲਿਖਣ ਦਾ ਪ੍ਰਬੰਧ ਨਾ ਕਰਦੇ ਤਾਂ ਅਜੇ ਹੋਰ 50 ਸਾਲ ਤੱਕ ਰਾਜ ਕਰ ਸਕਦੇ ਸਨ। ਅੰਗਰੇਜ਼ਾਂ ਨੇ ਹੀ ਭਾਰਤੀਆਂ ਨੂੰ ਅੰਗਰੇਜ਼ੀ ਦਵਾਈਆਂ ਦੇ ਇਲਾਜ ਤੋਂ ਜਾਣੂ ਕਰਵਾਇਆ, ਨਹੀਂ ਤਾਂ ਲੱਖਾਂ ਲੋਕ ਹਰ ਸਾਲ ਬੇਮੌਤ ਮਰ ਜਾਂਦੇ ਸਨ। ਇੱਥੋਂ ਦੇ ਲੋਕ ਤਾਂ ਏਡੇ ਜਾਹਲ ਸਨ ਕਿ ਜਦੋਂ 1914 ਵਿੱਚ ਪਲੇਗ ਪਈ ਤਾਂ ਅੰਗਰੇਜ਼ਾਂ ਨੇ ਸਰਕਾਰੀ ਖਰਚੇ ਤੇ ਲੋਹੇ ਦੇ ਰੋਸ਼ਨਦਾਨ ਬਣਵਾ ਕੇ ਮੁਫਤ ਲੋਕਾਂ ਦੇ ਘਰਾਂ ਵਿੱਚ ਲਵਾਏ ਤਾਂ ਕਿ ਰੋਸ਼ਨਦਾਨਾਂ ਥਾਣੀ ਹਨੇਰੇ ਕਮਰਿਆਂ ਵਿੱਚ ਧੁੱਪ ਪਵੇ ਤੇ ਚਾਨਣ ਵੀ ਹੋਵੇ ਤੇ ਚੂਹੇ ਜਿਹੜੇ ਹਨੇਰੇ ਵਿੱਚ ਰਹਿ ਕੇ ਖੁਸ਼ ਹੁੰਦੇ ਹਨ ਬਾਹਰ ਖੇਤਾਂ ਵੱਲ ਭੱਜ ਜਾਣ।
ਸਰਕਾਰੀ ਕਰਮਚਾਰੀ ਰੌਸ਼ਨਦਾਨ ਲਾ ਕੇ ਅਜੇ ਪਿੰਡੋਂ ਬਾਹਰ ਹੀ ਹੁੰਦੇ ਕਿ ਲੋਕ ਝੱਟ ਰੌਸ਼ਨਦਾਨ ਪੁੱਟ ਕੇ ਉਹਦੀ ਥਾਂ ਫਿਰ ਬੰਦ ਕਰ ਦਿੰਦੇ। ਅਖੇ ਇਹ ਅੰਗਰੇਜ਼ਾਂ ਦੀ ਚਾਲ ਹੈ ਤਾਂ ਕਿ ਚੋਰ ਸੌਖੇ ਹੀ ਘਰਾਂ ਵਿੱਚ ਵੜ ਕੇ ਲੁੱਟ ਕੇ ਲੈ ਜਾਣ। ਚੂਹੇ ਨੂੰ ਪਿੱਸੂ ਚਿੰਬੜੇ ਹੁੰਦੇ ਹਨ ਜਿਹੜੇ ਪਲੇਗ ਫੈਲਾਉਣ ਦਾ ਕਾਰਨ ਹੁੰਦੇ, ਕਿਉਂਕਿ ਬਿੱਲੀ ਚੂਹੇ ਨੂੰ ਖਾਂਦੀ ਹੈ ਤੇ ਪਲੇਗ ਤੋਂ ਬਚਾਅ ਹੁੰਦਾ ਹੈ। ਇਸੇ ਲਈ ਹੀ ਬ੍ਰਾਹਮਣ ਨੇ ਬਿੱਲੀ ਨੂੰ ਮਾਰਨ ਤੇ ਸੋਨੇ ਦੀ ਬਿੱਲੀ ਬਣਾ ਕੇ ਬ੍ਰਾਹਮਣ ਨੂੰ ਦਾਨ ਕਰਨ ਦਾ ਉਪਾਅ ਪ੍ਰਚਲਿਤ ਕੀਤਾ, ਤਾਂ ਕਿ ਡਰ ਨਾਲ ਲੋਕ ਬਿੱਲੀਆਂ ਨਾ ਮਾਰਨ ਤੇ ਜੇ ਕਿਸੇ ਕੋਲ ਮਰ ਜਾਵੇ ਤਾਂ ਉਹ ਸੋਨੇ ਦੀ ਬਿੱਲੀ ਬਣਾ ਕੇ ਬ੍ਰਾਹਮਣ ਨੂੰ ਦਾਨ ਵਜੋਂ ਦੇਵੇ। ਇਸ ਨਾਲ ਦੋਹਰਾ ਫਾਇਦਾ ਹੈ, ਜਿਵੇਂ ਹਾਥੀ ਜਿਉਂਦੇ ਦਾ ਲੱਖ ਤੇ ਮਰੇ ਦਾ 1.25 ਲੱਖ। ਅੰਗਰੇਜ਼ਾਂ ਨੇ ਦੂਰਦਰਸ਼ਤਾ ਨਾਲ ਨਹਿਰਾਂ ਕੱਢ ਕੇ ਗੰਜੀ ਬਾਰ ਤੇ ਨੀਲੀ ਬਾਰ ਆਦਿ ਬਾਰਾਂ ਆਬਾਦ ਕੀਤੀਆਂ। ਇੱਧਰ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ ਤੇ ਗੁਰਦਾਸਪੁਰੋਂ ਥੋੜੀਆਂ ਜ਼ਮੀਨਾਂ ਵਾਲੇ ਲੋਕਾਂ ਨੂੰ ਆਬਾਦ ਘਰ ਬਣਾ ਕੇ ਬਾਰਾਂ ਵਿੱਚ ਵਸਾਇਆ। ਸਿੱਖ ਬਹੁਤ ਹੀ ਸੌਖੇ ਹੋ ਗਏ ਤੇ ਚੰਗੀ ਰੋਟੀ ਖਾਣ ਲੱਗ ਪਏ। ਨਹੀਂ ਤਾਂ ਜਲੰਧਰ ਕਿਹੜੀ ਫਸਲ ਹੁੰਦੀ ਸੀ। ਖੂਹਾਂ ਦੀ ਵਾਹੀ 140 ਟਿੰਡਾਂ ਪੈਂਦੀਆਂ ਸਨ। ਚੂਹੀ ਮੂਤਣ ਜਿੰਨਾ ਪਾਣੀ ਆਉਂਦਾ ਸੀ। 2 ਫਸਲਾਂ ਗਵਾਰਾ ਤੇ ਮੋਠ ਹੁੰਦੇ ਸਨ। ਖੂਹਾਂ ਤੇ ਅੰਬਾਂ ਦੇ ਬੂਟੇ ਹੁੰਦੇ ਸਨ, ਜਿਨ੍ਹਾਂ ਨੂੰ ਦੇਸੀ ਛੋਟੀਆਂ ਖੱਟੀਆਂ ਟੀਟ ਅੰਬੀਆਂ ਲੱਗਦੀਆਂ ਸਨ। ਜਦੋਂ ਕਿਸੇ ਦੁਆਬਣ ਕੁੜੀ ਦੀ ਕਿਸਮਤ ਖੁੱਲ੍ਹਦੀ, ਵਿਆਹ ਕਰਵਾ ਕੇ ਵਲੈਤ ਜਾਣ ਦਾ ਮੌਕਾ ਬਣਦਾ, ਤਾਂ ਉਹਦੀਆਂ ਸਹੇਲੀਆਂ ਉਹਨੂੰ ਦੁਆਬੇ ਦੀ ਇੱਕੋ ਇੱਕ ਸੁਗਾਤ ਖੱਟੀਆਂ ਅੰਬੀਆਂ ਦੀ ਯਾਦ ਦਿਵਾਉਂਦੀਆਂ, ਬੋਲੀ ਪਾਉਂਦੀਆਂ, ਛੱਡ ਕੇ ਦੇਸ ਦੁਆਬਾ ਅੰਬੀਆਂ ਨੂੰ ਤਰਸੇਂਗੀ। ਦੁਆਬੇ ਵਿੱਚ ਰਹਿਣ ਸਹਿਣ ਦਾ ਪੱਧਰ ਬਹੁਤ ਨੀਵਾਂ ਸੀ। 14-15 ਸਾਲਾਂ ਤੱਕ ਦੀਆਂ ਕੁੜੀਆਂ ਵੀ ਝੱਗਾ ਤੇ ਕੱਛਾ ਪਾਉਂਦੀਆਂ ਸਨ। ਬੰਦੇ ਲੰਗੋਟੀ ਲਗਾਉਂਦੇ ਸਨ ਤੇ ਜੇ ਕਿਧਰੇ ਬਾਹਰ ਅੰਦਰ ਜਾਣਾ ਹੁੰਦਾ ਤਾਂ ਖੱਦਰ ਦੇ ਰੇਜੇ ਦੀ ਧੋਤੀ ਬੰਨ੍ਹਦੇ, ਜਿਹੜੀ ਗੋਡਿਆਂ ਤੱਕ ਹੁੰਦੀ। ਵਿਆਹ ਸ਼ਾਦੀਆਂ ਵਿੱਚ ਸਾਰੇ ਪਿੰਡ ਵਿੱਚੋਂ 7-8 ਦਿਨ ਪਹਿਲਾਂ ਲੱਸੀ ਇਕੱਠੀ ਕਰਨੀ ਸ਼ੁਰੂ ਕਰ ਦਿੰਦੇ। ਫਿਰ ਇੱਕ ਟੋਆ ਪੁੱਟ ਕੇ ਵਿੱਚ ਰੇਜਾ ਖੱਦਰ ਦੀ ਤਾਣੀ ਦਾ ਕੱਪੜਾ ਵਿਛਾ ਕੇ ਉਹਦੇ ਵਿੱਚ ਰੋਜ਼ ਲੱਸੀ ਪਾਈ ਜਾਂਦੇ। ਪਾਣੀ ਜੀਰ ਜਾਂਦਾ ਤੇ ਸੰਘਣਾ ਜਾਂ ਦਹੀਂ ਵਿੱਚੋਂ ਜਮਾ ਹੋ ਜਾਂਦਾ, ਜਾਂ ਇਹ ਰੇਜਾ ਲੱਸੀ ਪਾ ਕੇ ਕਿੱਲੀ ਨਾਲ ਟੰਗ ਦਿੰਦੇ ਤੇ ਇਸ ਤਰ੍ਹਾਂ ਵੀ ਪਾਣੀ ਨਿਚੜ ਜਾਂਦਾ। ਵਿਆਹ ਵਾਲੇ ਦਿਨ ਘਰ ਦੀਆਂ ਕੱਢੀਆਂ ਹੋਈਆਂ ਪਕੌੜੀਆਂ ਚਾਟੀ ਵਿੱਚ ਪਾ ਕੇ ਉਹ ਦਹੀਂ ਜਿਹਾ ਪਾਇਆ ਜਾਂਦਾ। ਫਿਰ ਅਖੀਰਲੇ ਦਿਨ ਦੀ ਲੱਸੀ ਵਿੱਚ ਪਾ ਕੇ ਲੂਣ ਤੇ ਮਿਰਚ ਪਾ ਕੇ ਹਿਲਾਉਂਦੇ। ਖੱਟਾ ਤਿਆਰ ਹੋ ਜਾਂਦਾ ਸੀ। ਜੇ ਕਿਸੇ ਨੂੰ ਖੱਟਾ ਨਾ ਮਿਲਦਾ ਤਾਂ ਉਹ ਰੁੱਸ ਕੇ ਵਿਆਹ ਵਿੱਚੋਂ ਜਾਣ ਤੱਕ ਤਿਆਰ ਹੋ ਜਾਂਦਾ। ਮੇਰੇ ਨਾਨਕਿਆਂ ਦੇ ਪਿੰਡ ਨਕੋਦਰ ਖੱਟੇ ਤੋਂ ਰੁੱਸ ਕੇ ਹੀ ਮੇਰਾ ਮਾਸੜ ਚਲਾ ਗਿਆ ਸੀ। ਅਖੇ ਮੈਨੂੰ ਖੱਟਾ ਨਹੀਂ ਪਾਇਆ। ਜੇ ਕੋਈ ਜ਼ਿਆਦਾ ਚਿਰ ਤੱਕ ਪੰਗਤ ਵਿੱਚ ਬੈਠਾ ਰਹਿੰਦਾ ਤਾਂ ਵਿੱਚੋਂ ਹੀ ਕੋਈ ਪ੍ਰਾਹੁਣਾ ਆ ਕੇ ਕਹਿੰਦਾ, ਚੱਲ ਉੱਠ ਹੁਣ ਖੱਟਾ ਉਡੀਕਦਾ। ਜਲੰਧਰ ਜ਼ਿਲ੍ਹੇ ਦੀ ਸਾਰੀ ਜ਼ਮੀਨ ਉੱਚੇ ਨੀਵੇਂ ਟਿੱਬਿਆਂ ਵਾਲੀ ਸੀ, ਜਿਸ ਨੂੰ ਕਦੇ ਕਿਸੇ ਨੇ ਵਾਹਿਆ ਨਹੀਂ ਸੀ। ਦੂਰੋਂ ਵੇਖਣ ਤੇ ਕਾਹੀ ਫੁੱਲੀ ਹੋਈ ਇਸ ਤਰ੍ਹਾਂ ਦੀ ਲੱਗਦੀ ਸੀ ਜਿਵੇਂ ਦਰਿਆ ਦੇ ਕੰਢੇ ਦੀ ਨਿਕਾਸੀ ਜ਼ਮੀਨ ਹੋਵੇ। ਪਰ ਇਹਨਾਂ ਟਿੱਬਿਆਂ ਦੇ 3-3 ਮੀਲ ਤੇ ਕੋਈ ਆਬਾਦੀ ਨਹੀਂ ਸੀ ਤੇ ਨਾ ਹੀ ਲਾਗੇ ਪਾਣੀ ਦਾ ਕੋਈ ਖੂਹ ਸੀ। ਅਰਬ ਦੇਸ਼, ਦੁਬਈ ਅਤੇ UAE ਦੇ ਦੇਸ਼ਾਂ ਵਿੱਚ ਬਿਲਕੁਲ ਇਸੇ ਤਰ੍ਹਾਂ ਦੇ ਹੀ ਟਿੱਬੇ ਹਨ। ਇਹਨਾਂ ਦੇਸ਼ਾਂ ਵਿੱਚ ਕੋਈ ਸੈਰ ਕਰਨ ਵਾਸਤੇ ਜਾਵੇ ਤਾਂ ਉਚੇਚੇ ਤੌਰ ਤੇ ਉਸ ਨੂੰ ਇਹ ਟਿੱਬੇ ਵਿਖਾਏ ਜਾਂਦੇ ਹਨ ਤੇ ਇਸ ਦਾ ਨਾਮ ਉਹਨਾਂ ਨੇ ਡੈਜ਼ਰਟ ਸਫਾਰੀ ਰੱਖਿਆ ਹੋਇਆ ਹੈ। ਇਹਨਾਂ ਟਿੱਬਿਆਂ ਥੱਲੇ ਤੇਲ ਹੈ ਜੋ ਅੱਜ ਦੇ ਯੁੱਗ ਵਿੱਚ ਸੋਨੇ ਤੋਂ ਵੀ ਵੱਧ ਕੀਮਤੀ ਹੈ। ਪਰ ਦੁਆਬੇ ਦੇ ਟਿੱਬੇ ਹਰ ਤਰ੍ਹਾਂ ਨਾਲ ਨਿਕੰਮੇ ਸਨ। ਨਾ ਥੱਲੇ ਤੇਲ ਤੇ ਨਾ ਉੱਤੇ ਉਪਜਾਊ ਧਰਤੀ। ਥੋੜੀ ਬਹੁਤ ਹਵਾ ਵਗਣ ਤੇ ਵੀ ਬੀਜੀ ਹੋਈ ਫਸਲ ਰੇਤ ਥੱਲੇ ਆ ਕੇ ਦੱਬੀ ਜਾਂਦੀ। ਇਹ ਕਰਬਲਾ ਦੇ ਮੈਦਾਨ ਵਰਗਾ ਇਲਾਕਾ ਸੀ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦੇ ਨਵਾਸੇ ਹਸਨ ਤੇ ਹੁਸੈਨ ਮੈਦਾਨੇ ਜੰਗ ਵਿੱਚ ਪਾਣੀ ਨਾ ਮਿਲਣ ਖੁਣੋਂ ਸ਼ਹੀਦ ਹੋ ਗਏ ਸਨ, ਕਿਉਂਕਿ ਪਾਣੀ ਚਮੜੇ ਦੀਆਂ ਮਸ਼ਕਾਂ ਵਿੱਚ ਸੀ ਤੇ ਕਰਬਲਾ ਦੇ ਮਾਰੂ ਥਲ ਵਿੱਚ ਕੋੜ ਕਿਰਲੇ ਬਹੁਤ ਹੁੰਦੇ ਹਨ। ਉਹਨਾਂ ਕੋੜ ਕਿਰਲਿਆਂ ਨੇ ਮਸ਼ਕਾਂ ਟੁੱਕ ਦਿੱਤੀਆਂ ਤੇ ਸਾਰਾ ਪਾਣੀ ਰੇਤ ਵਿੱਚ ਵਗ ਗਿਆ। ਹੁਣ ਵੀ ਹਰ ਸਾਲ ਸ਼ੀਆ ਮੁਸਲਮਾਨ ਇਹਨਾਂ ਦਰਦਨਾਕ ਮੌਤਾਂ ਕਰਕੇ ਮੁਹੱਰਮ ਦੇ ਦਿਨਾਂ ਵਿੱਚ ਹੁੱਸੇ ਪਿੱਟਦੇ ਤੇ ਅੰਗਿਆਰਿਆਂ ਨੂੰ ਜ਼ਮੀਨ ਤੇ ਵਿਛਾ ਕੇ ਉਹਨਾਂ ਉੱਤੇ ਨੰਗੇ ਪੈਰੀਂ ਤੁਰਦੇ ਹਨ ਤੇ ਸੰਗਲੀਆਂ ਨਾਲ ਲੱਗੀਆਂ ਛੁਰੀਆਂ ਆਪਣੇ ਪਿੰਡੇ ਤੇ ਮਾਰਦੇ ਹਨ, ਜਿਸ ਨਾਲ ਛੁਰੀਆਂ ਸਰੀਰ ਦੇ ਮਾਸ ਵਿੱਚ ਧੱਸ ਜਾਂਦੀਆਂ ਹਨ ਤੇ ਜਦੋਂ ਸੰਗਲੀ ਪੁੱਟਦੇ ਹਨ ਤਾਂ ਨਾਲ ਹੀ ਪਿੰਡੇ ਦਾ ਮਾਸ ਵੀ ਬਾਹਰ ਆ ਜਾਂਦਾ ਹੈ।
ਬਜ਼ੁਰਗ ਛਾਤੀ ਪਿੱਟਦੇ ਹਨ ਤੇ ਮਰ ਗਏ ਸੱਜਣ ਤੇ ਹਾਏ ਜੀ, ਵਾਹ ਵਾਹ ਸ਼ੇਰਾਂ ਦੇ ਵਾਹ ਵਾਹ। ਇਸ ਤਰ੍ਹਾਂ ਜਵਾਨ ਲਹੂ ਲੁਹਾਨ ਤੇ ਬੁੱਢੇ ਪਿੱਟ ਪਿੱਟ ਕੇ ਆਪਣੀਆਂ ਛਾਤੀਆਂ ਨੀਲੀਆਂ ਕਰ ਲੈਂਦੇ ਹਨ। ਮੁਸਲਮਾਨ ਇਸ ਜਲੂਸ ਦੇ ਅੱਗੇ ਅੱਗੇ ਇੱਕ ਉੱਚਾ ਸਾਰਾ ਝੰਡਾ ਲੈ ਕੇ ਚੱਲਦੇ ਹਨ ਤੇ ਜੇ ਕੋਈ ਰਾਹ ਵਿੱਚ ਰੁਕਾਵਟ ਆ ਜਾਵੇ ਤਾਂ ਮਸਜਿਦ ਦੀ ਬੁਰਜੀਨੁਮਾ ਝੰਡਾ ਨਹੀਂ ਝੁਕਾਉਂਦੇ, ਸਗੋਂ ਉਹ ਰੁਕਾਵਟ ਦੂਰ ਕਰ ਦਿੰਦੇ ਹਨ। ਹਿੰਦੂ ਤੇ ਮੁਸਲਮਾਨਾਂ ਦੀਆਂ ਬਹੁਤੀਆਂ ਲੜਾਈਆਂ ਤਾਜ਼ੀਆ ਕੱਢਣ ਤੋਂ ਹੀ ਹੁੰਦੀਆਂ ਹਨ, ਜਿਨ੍ਹਾਂ ਵਿੱਚ ਸੈਂਕੜੇ ਆਦਮੀ ਮਰਦੇ ਤੇ ਜ਼ਖਮੀ ਹੋ ਜਾਂਦੇ ਸਨ, ਕਿਉਂਕਿ ਤਾਜ਼ੀਏ ਦੇ ਅੱਗੇ ਜੇ ਪਿੱਪਲ ਦਾ ਟਾਹਣ ਆ ਜਾਵੇ ਤਾਂ ਮੁਸਲਮਾਨ ਉਸ ਟਾਹਣ ਨੂੰ ਵੱਢ ਦਿੰਦੇ ਸਨ ਤੇ ਹਿੰਦੂ ਪਿੱਪਲ ਨੂੰ ਦੇਵਤਾ ਮੰਨਦੇ ਹਨ ਤੇ ਵੱਢਣ ਨਹੀਂ ਸਨ ਦਿੰਦੇ। ਬਸ ਇੱਥੋਂ ਹੀ ਲੜਾਈ ਹੋ ਜਾਂਦੀ ਸੀ। ਕਿਤਾਬ ਤੇ ਸਿੱਖ ਵੀ ਨਿਗਲਿਆ ਗਿਆ। ਲੇਖਕ ਕੁਲਬੀਰ ਸਿੰਘ ਕੌੜਾ, ਭਾਗ 14ਵਾਂ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।